ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਦਰਸ਼ਕਾਂ ਦਾ ਮੁੜ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਉੱਪਰ, ਜਿਹਦਾ ਨਾਮ ਹੈ ਜੀ ਵਿਰਸਾ ਚੈਨਲ, ਜਿੱਥੇ ਤੁਸੀਂ ਅਲੱਗ-ਅਲੱਗ ਵਿਸ਼ਾ ਸੰਬੰਧੀ ਵੀਡੀਓਜ਼ ਦੇਖਦੇ ਹੋ। ਤੇ ਇਸੇ ਸੰਬੰਧ ਵਿੱਚ ਅਸੀਂ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਪ ਸਭ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਏ ਹਾਂ। ਸੋ ਆਓ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ। किसान अंदोलन ਨੂੰ ਅੱਜ 2 ਮਹੀਨੇ ਤੋਂ ਉੱਪਰ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਹਨਾਂ 2 ਮਹੀਨੇ ਦੇ ਵਿੱਚ ਇਸ ਅੰਦੋਲਨ ਦੀ ਅਲੱਗ-ਅਲੱਗ ਰੂਪਰੇਖਾ, ਅਲੱਗ-ਅਲੱਗ ਪੜਾਅ ਦੇਖਣ ਨੂੰ ਮਿਲੇ। ਕਿਧਰੇ ਨੌਜਵਾਨਾਂ ਦੇ ਹੁੰਗਾਰੇ, ਬਜ਼ੁਰਗਾਂ ਦੀ ਪੀੜ, ਮਾਤਾਵਾਂ ਦਾ ਨਾਲ ਰਹਿਣਾ ਤੇ ਏਕਤਾ, ਤੇ ਸਭ ਤੋਂ ਵੱਡੀ ਗੱਲ ਉਹ ਸਬਰ ਸੰਤੋਖ ਜੋ ਅੱਜ ਸਾਰੇ ਵਿਸ਼ਵ ਨੇ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਵੇਖਿਆ। 25 ਜਨਵਰੀ ਤੱਕ ਇਸ ਅੰਦੋਲਨ ਨੂੰ ਦੇਸ਼ ਭਗਤੀ ਦੀ ਰੰਗਤ ਦੇ ਨਾਲ ਦੇਖਿਆ ਜਾ ਰਿਹਾ ਸੀ, ਪਰ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਉਹ ਸਾਰੇ ਲੋਕ, ਸਾਰੀ ਮੀਡੀਆ ਜੋ ਪਿਛਲੇ 2 ਮਹੀਨੇ ਤੋਂ ਇਹ ਸਾਜ਼ਿਸ਼ਾਂ ਰਚ ਰਹੇ ਸਨ ਤੇ ਇਸ ਪ੍ਰੋਪੇਗੈਂਡੇ ਨੂੰ ਚਲਾ ਰਹੇ ਸਨ, ਜਿਸ ਤਹਿਤ ਇਹਨਾਂ ਕਿਸਾਨਾਂ ਨੂੰ ਉਹ ਆਤੰਕਵਾਦੀ, ਦੇਸ਼ ਦਰੋਹੀ ਤੇ ਪਤਾ ਨਹੀਂ ਹੋਰ ਕਿਹੋ ਜਿਹੀ ਕਿਤਾਬ ਇਹਨਾਂ ਕਿਰਤੀ ਕਿਸਾਨਾਂ ਨੂੰ ਦੇ ਰਹੇ ਸਨ। ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਇਹਨਾਂ ਲੋਕਾਂ ਦੇ ਮਨਸੂਬੇ ਹੋਰ ਪਰਪੱਕ ਹੋ ਗਏ ਤੇ ਇਹ ਆਪਣੀ ਸਾਜ਼ਿਸ਼ਾਂ ਨੂੰ ਹੋਰ ਵੀ ਪਰਪੱਕ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲੱਗ ਪਏ। ਤਿਰੰਗੇ ਦੀ ਆੜ ਦੇ ਵਿੱਚ ਜੋ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਸ ਨਾਲ ਦੇਸ਼ ਦੀ ਧਰੋਹਰ ਦੀ ਬਦਨਾਮੀ ਹੋਈ, ਕਿਸਾਨੀ ਦੀ ਬਦਨਾਮੀ ਹੋਈ ਤੇ ਤਿਰੰਗੇ ਦੀ ਅਪਮਾਨ ਹੋਇਆ, ਉਹਨਾਂ ਸਾਰਿਆਂ ਲੋਕਾਂ ਨੇ ਸ਼ਾਇਦ ਉਹ ਚੀਜ਼ਾਂ ਤੇ ਵੇਖ ਹੀ ਲਈ ਹੋਏਗੀ, ਪਰ ਜੋ ਪ੍ਰੋਪੇਗੈਂਡਾ ਉਹ ਤੁਹਾਡੇ ਸਾਹਮਣੇ ਵਿਖਾ ਰਹੇ ਨੇ, ਕਈ ਬੁੱਧੀਜੀਵੀ ਨੇ ਤਾਂ ਉਹਨਾਂ ਨੂੰ ਤੁਹਾਨੂੰ ਦੱਸਦੇ ਹੋਏਗਾ ਕਿ ਕਿਸ ਤਰ੍ਹਾਂ ਇਹ ਮੀਡੀਆ ਝੂਠ ਦਾ ਇੱਕ ਦੁਕਾਨ ਚਲਾ ਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ, ਜਿਹਦੇ ਤਹਿਤ ਤੁਸੀਂ ਆਪ ਵੇਖਿਆ ਹੋਏਗਾ ਕਿ ਤਿਰੰਗੇ ਨੂੰ ਕਿਸੇ ਵੀ ਬੰਦੇ ਨੇ ਉੱਥੇ ਹੱਥ ਨਹੀਂ ਲਗਾਇਆ। ਤਿਰੰਗਾ ਆਪਣੀ ਸ਼ਾਨ ਦੇ ਨਾਲ ਝੂਲ ਰਿਹਾ ਸੀ, ਉੱਥੇ ਹੀ ਉਸ ਨਾਲ ਨਿਸ਼ਾਨ ਸਾਹਿਬ ਤੇ ਕਿਸਾਨ ਦਾ ਝੰਡਾ ਲਹਿਰਾ ਦਿੱਤਾ ਗਿਆ। ਤੇ ਇਸ ਸਭ ਘਟਨਾਕ੍ਰਮ ਤੋਂ ਬਾਅਦ ਇਹਨਾਂ ਲੋਕਾਂ ਨੇ ਜੋ ਆਪਣੀ ਨਫ਼ਰਤ ਦਾ ਹੁੰਗਾਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਉਹ ਸਾਫ਼-ਸਾਫ਼ ਸਭ ਨੇ ਦੇਖਿਆ ਕਿ ਕਿੰਨੇ ਕੁ ਇਹਨਾਂ ਦੇ ਵਿੱਚ ਪੀੜ, ਕਿੰਨੀ ਕੁ ਇਹਨਾਂ ਦੀ ਨਫ਼ਰਤ ਭਰੀ ਹੋਈ ਹੈ। ਤੇ ਜਿਹਦੇ ਵਿੱਚ ਇਹਨਾਂ ਨੇ ਇਹ ਤੇ ਦੇਖ ਲਿਆ ਕਿ ਬਈ ਕਿਸਾਨਾਂ ਦੀ ਬਦਨਾਮੀ, ਇਹਨਾਂ ਨੇ ਤਿਰੰਗੇ ਦਾ ਅਪਮਾਨ ਕਰ ਦਿੱਤਾ, ਪਰ ਜੋ ਪਿਛਲੇ 2 ਮਹੀਨੇ ਤੋਂ ਤੁਸੀਂ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੋ ਉਹ ਕਿੱਥੇ ਜਾਏਗਾ? ਜੋ ਪਿਛਲੇ 2 ਮਹੀਨੇ ਤੋਂ ਤੁਸੀਂ ਆਪਣੇ ਚੈਨਲਾਂ ਰਾਹੀਂ ਜਾਂ ਆਪਣੇ ਸੋਸ਼ਲ ਮੀਡੀਆ ਟਵਿੱਟਰ ਅਕਾਊਂਟਸ ਦੇ ਰਾਹੀਂ ਦਿਖਾ ਰਹੇ ਹੋ ਉਹ ਕਿੱਥੋਂ ਤੱਕ ਸੀਮਿਤ ਰਹੇਗਾ? ਜੋ ਪਿਛਲੇ 2 ਮਹੀਨੇ ਤੋਂ ਤੁਸੀਂ ਉਸ ਪ੍ਰਧਾਨ ਮੰਤਰੀ ਦੇ, ਜਿਸਨੇ ਅੱਜ ਤੋਂ 50 ਸਾਲ ਪਹਿਲਾਂ ਇਹ ਨਾਰਾ ਲਗਾਇਆ ਸੀ, ਜੈ ਜਵਾਨ ਜੈ ਕਿਸਾਨ, ਲਾਲ ਬਹਾਦਰ ਸ਼ਾਸਤਰੀ ਜੈਸੇ ਪ੍ਰਧਾਨ ਮੰਤਰੀ ਦੇ ਨਾਰੇ ਨੂੰ ਤੁਸੀਂ ਖਾਰਜ ਕਰ ਰਹੇ ਹੋ ਤੇ ਇਹਨਾਂ ਕਿਸਾਨਾਂ ਨੂੰ ਆਤੰਕਵਾਦੀ ਦੱਸ ਰਹੇ ਹੋ, ਉਹ ਕਿਤੇ ਤੱਕ ਜਾਇਜ਼ ਹੈ? ਪਹਿਲਾਂ ਇਹ ਵੀ ਤਾਂ ਦੱਸ ਦਿਓ। ਜੇ ਤੁਸੀਂ ਕਿਸਾਨਾਂ ਦਾ ਅਪਮਾਨ ਕਰ ਸਕਦੇ ਹੋ ਤੇ ਫਿਰ ਤੁਸੀਂ ਆਪ ਹੀ ਤਿਰੰਗੇ ਦਾ ਅਪਮਾਨ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਕਸੂਰਵਾਰ ਹੋ। ਅੰਦੋਲਨ ਨੂੰ ਧਾਰਮਿਕ ਰੰਗਤ ਦੇ ਕੇ ਤੇ ਕਿਸੇ ਕੌਮ ਦੀ ਧਾਰਮਿਕ ਸਦਭਾਵਨਾ ਦੇ ਨਾਲ ਖੇਲਣਾ ਉਹ ਕਿੱਥੋਂ ਤੱਕ ਜਾਇਜ਼ ਹੈ? ਪਿਛਲੇ ਦਿਨੇ ਹੀ ਜਾਂ ਪਰਸੋਂ ਹੀ ਅਸੀਂ ਜੋ ਵੀਡੀਓ ਦੇਖੀ ਇਸ ਘਟਨਾਕ੍ਰਮ ਤੋਂ ਬਾਅਦ, ਤਿਰੰਗੇ ਦਾ ਤਾਂ ਕੋਈ ਅਪਮਾਨ ਨਹੀਂ ਹੋਇਆ ਸੀ, ਪਰ ਇਹਨਾਂ ਹੀ ਲੋਕਾਂ ਨੇ RSS, BJP ਤੇ ਹੋਰ ਸਿੱਖ ਵਿਰੋਧੀ ਲੋਕਾਂ ਨੇ ਜੋ ਇਹ ਸੋਚ ਰਹੇ ਸਨ ਕਿ ਕਿਸੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਢਾਹ ਲਗੇ ਤੇ ਅਸੀਂ ਸਿੱਖ ਕੌਮ ਨੂੰ ਵੀ ਬਦਨਾਮ ਕਰੀਏ, ਉਹ ਆਪਣੀ ਸਾਜ਼ਿਸ਼ਾਂ ਦੇ ਵਿੱਚ ਮੁਕੰਮਲ ਤੌਰ ਤੇ ਪੂਰੇ ਹੋਏ। ਤੇ ਜਿਸ ਦੇ ਤਹਿਤ ਅਸੀਂ ਜੋ ਵੀਡੀਓ ਸਾਹਮਣੇ ਦੇਖੀ ਕਿ ਕਿਸ ਤਰ੍ਹਾਂ ਇਹ ਲੋਕ ਨਿਸ਼ਾਨ ਸਾਹਿਬ ਦਾ ਵੀ ਅਪਮਾਨ ਕਰ ਰਹੇ ਸਨ, ਪੈਰਾਂ ਦੇ ਵਿੱਚ ਲੋੜ ਰਹੇ ਸਨ ਤੇ ਸਾੜ ਰਹੇ ਸਨ, ਉਹ ਕਿੱਥੋਂ ਤੱਕ ਜਾਇਜ਼ ਹੈ? ਕਿ ਐਸਾ ਤਿਰੰਗੇ ਦੇ ਨਾਲ ਵੀ ਕੀਤਾ ਗਿਆ? ਨਹੀਂ, ਇਹ ਸਭ ਚੀਜ਼ਾਂ ਸਰਕਾਰੀ ਹੱਥਕੰਡੇ ਨੇ ਜੋ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ। ਤੇ ਜੋ ਲੋਕ
ਪਿਛਲੇ 3 ਦਿਨਾਂ ਤੋਂ ਫਿਜ਼ੀਕਲੀ ਵੀ ਮੈਂਟਲੀ ਵੀ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ, ਜੋ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਹੋਰ ਅਨੇਕਾਂ ਥਾਵਾਂ ਦੇ ਜਿੱਥੇ ਵੀ ਕਿਸਾਨ ਬੈਠੇ ਹੋਏ ਨੇ, ਉੱਥੇ ਜਾ ਕੇ ਮੋਰਚੇ ਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਉੱਪਰ ਪੱਥਰਬਾਜ਼ੀ ਕਰ ਰਹੇ ਨੇ। ਇੱਥੋਂ ਤੱਕ ਕਿ ਪੈਟਰੋਲ ਬੰਬ ਤੱਕ ਨਾਲ ਲੈ ਕੇ ਆਏ ਸਨ ਇਸ ਨੂੰ ਢਾਹ ਲਾਉਣ ਦੇ ਲਈ। ਤਾਂ ਤੁਸੀਂ ਆਪ ਸੋਚੋ ਕਿ ਇਹਨਾਂ ਦੀ ਰੰਗਤ ਕੈਸੀ ਹੈ। ਤਿਰੰਗੇ ਦੀ ਬਦਨਾਮੀ ਤਾਂ ਕੋਈ ਨਹੀਂ ਹੋਈ, ਪਰ ਜੋ ਤੁਸੀਂ ਧਾਰਮਿਕ ਸਦਭਾਵਨਾ ਦੇ ਨਾਲ ਖੇਲਿਆ ਹੈ ਉਹ ਕਿੱਥੇ ਦਿਖਾਓਗੇ, ਜਿਸ ਵਿੱਚ ਇੱਕ ਸਿੰਘ ਦੀ ਦਸਤਾਰ ਉਤਾਰੀ ਗਈ ਤੇ ਜੋ ਕੇਸ ਇੱਕ ਗੁਰੂ ਕੇ ਸਿੱਖ ਦੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੇ ਨੇ, ਜੋ ਸਾਡੀ ਮੋਹਰ ਨੇ ਤੇ ਜਿਸ ਲਈ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀ ਦਿੱਤੀ ਹੈ, ਤੇ ਜਿਸ ਕੇਤ ਨੂੰ ਤੁਸੀਂ ਹੱਥ ਪਾਇਆ ਹੈ, ਜਿਸ ਕੇਸਾਂ ਨੂੰ ਤੁਸੀਂ ਹੱਥ ਪਾਇਆ ਹੈ, ਉਹ ਕਿੱਥੋਂ ਤੱਕ ਜਾਇਜ਼ ਹੈ ਉਹ ਵੀ ਤਾਂ ਜ਼ਰਾ ਦੱਸ ਦਿਓ। ਇਹਨਾਂ ਚੀਜ਼ਾਂ ਨੂੰ ਵੀ ਤਾਂ ਟੀਵੀ ਤੇ ਦਿਖਾਓ। ਤੇ ਫਿਰ ਇਸ ਅੰਦੋਲਨ ਨੂੰ ਤਿਰੰਗੇ ਦੀ ਬਦਨਾਮੀ ਦੱਸ ਕੇ, ਤਿਰੰਗੇ ਦਾ ਅਪਮਾਨ ਦੱਸ ਕੇ ਢਾਲ ਲਗਾਉਣੀ, ਇਹ ਚੀਜ਼ ਸ਼ੋਭਾ ਨਹੀਂ ਦਿੰਦੀ। ਸੋ ਇਸ ਸਭ ਦੇ ਵਿੱਚ ਤੁਸੀਂ ਹੋਰ ਚੀਜ਼ਾਂ ਵੀ ਦੇਖ ਸਕਦੇ ਹੋਗੇ। ਅਨੇਕਾਂ ਪੋਸਟਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਉਹ ਗੰਦੀ ਸਾਜ਼ਿਸ਼ਾਂ, ਜਿਹਦੇ ਵਿੱਚ ਕਈ ਸਿੰਘਾਂ ਦੀ ਦਸਤਾਰਾਂ ਉਤਾਰੀ ਗਈਆਂ, ਕਈਆਂ ਨੂੰ ਮਾਰਿਆ ਕੁੱਟਿਆ ਗਿਆ, ਕਈਆਂ ਦੇ ਐਸੇ ਜ਼ਖਮ ਲੱਗੇ ਹੋਏ ਨੇ, ਉਹ ਵੀ ਤਾਂ ਦੱਸੋ ਕਿ ਇਹੋ ਕੁਝ ਦਿੱਲੀ ਵਾਸੀਆਂ ਦੇ ਨਾਲ ਵੀ ਵਾਪਰਿਆ ਉਸ ਦਿਨ। ਉਹਨਾਂ ਪੁਲਿਸ ਵਾਲਿਆਂ ਦੇ ਨਾਲ ਵੀ ਪੂਰੀ ਸਦਭਾਵਨਾ ਨੇ ਜੋ ਇਸ ਅੰਦੋਲਨ ਦੇ ਵਿੱਚ ਜ਼ਖਮੀ ਹੋਏ ਨੇ, ਘਰ-ਬਾਰ ਉਹਨਾਂ ਦੇ ਵੀ ਨੇ। ਪਰ ਇਹ ਜੋ ਪਿਛਲੇ 2 ਮਹੀਨੇ ਤੋਂ ਆਪਣੇ ਘਰ-ਬਾਰ ਛੱਡ ਕੇ ਠੰਡ ਦੀ ਰੁੱਤ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਇਹ ਵੀ ਨਹੀਂ ਜਾਣਦੇ ਕਿ ਘਰਾਂ ਨੂੰ ਵਾਪਸ ਮੁੜਾਂਗੇ ਕਿ ਨਹੀਂ। ਇਹਨਾਂ ਲੋਕਾਂ ਦੀ ਸਦਭਾਵਨਾ ਦੇ ਨਾਲ ਜੋ ਖੇਡ ਤੁਸੀਂ ਖੇਡ ਰਹੇ ਹੋ, ਉਹ ਤੁਹਾਨੂੰ ਇਸ ਦੇਸ਼ ਦੀ ਅਖੰਡਤਾ ਦੇ ਲਈ ਸ਼ੋਭਾ ਨਹੀਂ ਦਿੰਦਾ। ਤੇ ਇਹ ਚੀਜ਼ ਕਹਿਣੀ ਕਿ ਫਿਰ ਲੋਕਤੰਤਰ ਨੂੰ ਢਾਹ ਲੱਗੀ, ਇਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਲੋਕਤੰਤਰ ਨੂੰ ਢਾਹ ਲਾਉਣ ਵਾਲੇ, ਗਿਰਾਉਣ ਵਾਲੇ ਤੇ ਲੋਕਤੰਤਰ ਦੀ ਬੇਇੱਜ਼ਤੀ ਸਾਰੇ ਵਿਸ਼ਵ ਵਿੱਚ ਸਮੁੱਚੇ ਦੁਕਾਈ ਦੇ ਵਿੱਚ ਕਰਾਉਣ ਵਾਲੇ ਇਹ ਮੀਡੀਆ, ਇਹ ਉਹ ਲੋਕ ਨੇ ਜੋ ਸਿਰਫ ਇੱਕ ਪੋਲੀਟੀਕਲ ਪਾਰਟੀ, ਇੱਕ ਲੀਡਰ ਨੂੰ ਉਛਾਲਾ ਮਾਰ ਰਹੇ ਨੇ ਤੇ ਉਹਦੇ ਤਲਵੇ ਚੱਟ ਰਹੇ ਨੇ। ਇਹ ਚੀਜ਼ਾਂ ਵੀ ਦੇਖਣੀਆਂ ਯੋਗ ਨੇ ਤੇ ਇਹਨੂੰ ਧਾਰਮਿਕ ਸਦਭਾਵਨਾ ਬਖਸ਼ਣੀ ਇਹ ਠੀਕ ਨਹੀਂ ਹੈ। ਜਿਸ ਨਿਸ਼ਾਨ ਸਾਹਿਬ ਨੂੰ ਤੁਸੀਂ ਖਾਲਿਸਤਾਨ ਦਾ ਰੂਪ ਦੇ ਰਹੇ ਹੋ, ਉਹੀ ਨਿਸ਼ਾਨ ਸਾਹਿਬ 4 ਘੰਟੇ ਪਹਿਲਾਂ ਤੁਹਾਡੇ ਰਾਜਪਥ ਤੇ ਚੱਲਿਆ ਸੀ, ਜੋ ਕਿ ਝਾਂਕੀ ਪੰਜਾਬ ਦੇ ਨਾਲ ਸੰਬੰਧਿਤ ਸੀ, ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਜੋ ਝਾਕੀ ਤਿਆਰ ਕੀਤੀ ਗਈ ਸੀ, ਉਹਦੇ ਵਿੱਚ ਵੀ ਨਿਸ਼ਾਨ ਸਾਹਿਬ ਲੱਗੇ ਹੋਏ ਸਨ ਤੇ ਉੱਥੇ ਦੇ ਸਾਰੇ ਮਿਨਿਸਟਰ ਬੈਠੇ ਹੋਏ ਸਨ, ਉਹ ਤਾਂ ਉੱਥੇ ਦੇਖ ਰਹੇ ਸਨ। ਸਭ ਕੁਝ ਉੱਥੇ ਮਹਿਕਮਾ ਸੀ, ਪ੍ਰਧਾਨ ਮੰਤਰੀ ਸੀ, ਰਾਸ਼ਟਰਪਤੀ ਸੀ, ਸਭ ਕੁਝ ਉੱਥੇ ਦੇਖ ਰਹੇ ਸਨ। ਤੇ ਉਸ ਸਮੇਂ ਵੀ ਉਹ ਖਾਲਿਸਤਾਨ ਦਾ ਝੰਡਾ ਹੋ ਗਿਆ ਤੇ ਇਹੀ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਵੀ ਲਗਾਇਆ ਗਿਆ ਤੇ ਉਸ ਨਾਲ ਉਹ ਖਾਲਿਸਤਾਨ ਦਾ ਝੰਡਾ ਨਹੀਂ ਸੀ, ਉਹ ਨਿਸ਼ਾਨ ਸਾਹਿਬ ਸੀ, ਜਿਸ ਨੂੰ ਤੁਸੀਂ ਸਿੱਖ ਵਿਰੋਧੀ ਸਾਜ਼ਿਸ਼ਾਂ ਦੇ ਵਿੱਚ ਇਸਤੇਮਾਲ ਕਰਦੇ ਹੋ। ਇਹ ਸਭ ਘਟਨਾਕ੍ਰਮ ਅੱਜ ਕੋਈ ਨਵੇਂ ਨਹੀਂ ਨੇ। ਇਹ ਸਾਰੀ ਚੀਜ਼ਾਂ ਅੱਜ ਤੋਂ 36 ਵਰ੍ਹਿਆਂ ਪਹਿਲਾਂ ਵੀ ਸਿੱਖ ਕੌਮ ਨੇ ਇਸੇ ਥਾਂ ਤੇ ਦੇਖੀਆਂ ਨੇ। 1984 ਦੇ ਉਹ ਦਿਹਾੜੇ ਜਦੋਂ ਨਵੰਬਰ ਦਾ ਕਾਲਾ ਮਹੀਨਾ ਦਿੱਲੀ ਦੀ ਸਿੱਖ ਸੰਗਤ ਉੱਪਰ ਵਾਪਰਿਆ, ਇਹ ਵੀ ਨਹੀਂ ਪਤਾ ਸੀ ਕਿ ਸ਼ਾਇਦ ਨਾਲ ਰਹਿਣ ਵਾਲਾ, ਜਿਹਦੇ ਘਰ ਨਿੱਤ ਦਾ ਉੱਠਣਾ ਬੈਠਣਾ ਸੀ, ਉਹ ਕੱਲ ਨੂੰ ਮੇਰੇ ਘਰ ਟਾਇਰ ਲੈ ਕੇ ਆ ਜਾਏਗਾ, ਮੇਰੇ ਘਰ ਪੈਟਰੋਲ ਬੰਬ ਮਾਰੇਗਾ। ਤੇ ਇਹ ਚੀਜ਼ਾਂ ਅੱਜ ਕੁਝ ਵਾਪਰੀਆਂ ਨੇ। ਆਪਣੇ ਆਪ ਨੂੰ ਸਥਾਨੀय ਲੋਕ ਦੱਸ ਕੇ ਤੁਸੀਂ ਉਹਨਾਂ ਸਥਾਨੀय ਲੋਕਾਂ ਨੂੰ ਵੀ ਬਦਨਾਮ ਕਰ ਰਹੇ ਹੋ, ਜਿਹੜੇ ਲੋਕ ਉਹਨਾਂ ਕਿਰਤੀ ਕਿਸਾਨਾਂ ਦਾ ਸਾਥ ਦੇ ਰਹੇ ਨੇ। ਤੇ ਫਿਰ ਇਹ ਕਿੱਥੋਂ ਤੱਕ ਜਾਇਜ਼ ਹੈ, ਇਹ ਵੀ ਤਾਂ ਦੱਸ ਦਿਓ। ਸੋ ਇਹਨਾਂ ਲੋਕਾਂ ਤੋਂ ਪਰਹੇਜ਼ ਕਰਨ ਦੀ ਲੋੜ ਹੈ, ਅਫਵਾਹਾਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਹ ਲੋਕ ਪਿਛਲੇ 2 ਮਹੀਨੇ ਤੋਂ ਇਹਨਾਂ ਹੀ ਸਾਜ਼ਿਸ਼ਾਂ ਦੇ ਵਿੱਚ ਸਨ ਕਿ ਕਿਸੇ ਤਰੀਕੇ ਦੇ ਨਾਲ ਕੋਈ ਮੌਕਾ ਸਾਨੂੰ ਐਸਾ ਮਿਲ ਜਾਏ ਕਿ ਅਸੀਂ ਇਸ ਅੰਦੋਲਨ ਦੀ ਰੂਪਰੇਖਾ ਨੂੰ ਬਿਲਕੁਲ ਬਦਲ ਦਈਏ। ਅੱਜ ਤੋਂ 2 ਮਹੀਨੇ ਪਹਿਲੇ ਸ਼ਾਇਦ ਇਸ ਦਾ ਡਰ ਸਾਰਿਆਂ ਹੀ ਨਹੀਂ ਸੀ ਕਿ ਜੋ ਚੀਜ਼ ਮੀਡੀਆ ਆਪਣੇ ਟੀਵੀ ਚੈਨਲਾਂ ਉੱਪਰ ਦਿਖਾ ਰਹੀ ਹੈ ਕਿ ਕਿਧਰੇ ਉਹ ਐਸੀ ਚੀਜ਼ ਲੋਕਾਂ ਦੇ ਮਨ ਦੇ ਵਿੱਚ ਵੀ ਨਾ ਆ ਜਾਏ। ਤੇ ਇਹਦੇ ਵਿੱਚ ਲੋਕ ਪ੍ਰਸ਼ੰਸਾ ਦੇ ਯੋਗ ਨੇ, ਜਿਨ੍ਹਾਂ ਲੋਕਾਂ ਨੇ ਇਸ ਵਿਖੜੇ ਹਾਲਾਤਾਂ ਦੇ ਵਿੱਚ ਵੀ ਕਿਸਾਨਾਂ ਦਾ ਸਾਥ ਦਿੱਤਾ। ਐਸੇ ਲੀਡਰ, ਐਸੇ ਜਥੇਬੰਦੀਆਂ ਜਿਨ੍ਹਾਂ ਸਾਰਿਆਂ ਨੇ ਮਿਲ ਵਰਤਨ ਕਰਕੇ ਕਿਸਾਨ ਅੰਦੋਲਨ ਨੂੰ ਫਿਰ ਸੰਭਾਲ ਲਿਆ ਤੇ ਜਿਨ੍ਹਾਂ ਦੇ ਇੱਕ ਇੱਕ ਅਥਰੂ ਕਰਕੇ ਲੱਖਾਂ ਲੱਖਾਂ ਲੋਕ ਅੱਜ ਫਿਰ
ਬਾਰਡਰਾਂ ਤੇ ਵਾਪਸ ਮੁੜ ਆਏ। ਸੋ ਸਾਰਿਆਂ ਪ੍ਰਤੀ ਬੇਨਤੀ ਹੈ ਕਿ ਇਸ ਅੰਦੋਲਨ ਦੇ ਵਿੱਚ ਹੋਣੇ ਅੰਦੋਲਨ में ਪਹਿਲਾਂ ਇਹ ਗੱਲ ਪਹਿਲੀ ਵੀ ਕੀਤੀ ਸੀ, ਆਪ ਸਭ ਦੇ ਨਾਲ ਇਸ ਗੱਲ ਦੀ ਸਾਂਝ ਪਾਈ ਸੀ ਕਿ ਇਹ ਅੰਦੋਲਨ ਹੁਣ ਕੇਵਲ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ। ਇਹ ਅੰਦੋਲਨ ਹਰ ਉਸ ਬੰਦੇ ਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਜਾਂ ਕਹਿ ਲਈਏ ਕਈ ਵਾਰ ਸਰਕਾਰੀ ਤਸ਼ੱਦਦ ਦਾ ਇੱਕ ਪੀੜਤ ਹੋਇਆ ਹੈ, ਜਿਸਨੇ ਕਈ ਵਾਰ ਸਭ ਕੁਝ ਦੇਖਦਿਆਂ ਹੋਇਆ ਵੀ ਸਿਰਫ ਚੁੱਪੀ ਰੱਖੀ ਮੂੰਹ ਤੇ ਅੱਜ ਵਕਤ ਹੈ ਕਿ ਇਹਨਾਂ ਦਾ ਸਾਥ ਦੇ ਕੇ ਉੱਠੀਏ ਤੇ ਬੋਲੀਏ ਇਸ ਖਿਲਾਫ। ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਕਿ ਜਿਸ ਦਿਨ ਅਸੀਂ ਵੀ ਜ਼ਰੂਰ ਬੋਲਣ ਲਈ ਉੱਠਾਂਗੇ, ਪਰ ਸਭ ਕੁਝ ਦੇਖ ਕੇ ਫਿਰ ਅੰਨ੍ਹੇਵਾਹ ਚੁੱਪ ਹੋ ਜਾਵਾਂਗੇ। ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਦਾ ਸਾਥ ਦਈਏ। ਜਥੇਬੰਦੀਆਂ ਸਾਰੇ ਲੋਕ ਏਕਤਾ ਦਿਖਾਉਣ ਰਹਿਣ ਤੇ ਸਬਰ ਸੰਤੋਖ ਰੱਖਣ। ਸਬਰ ਦੀ ਲੜਾਈ ਹੈ, ਕਿਉਂਕਿ ਅੱਜ ਦੀ ਜਿਹੜੀ ਜੰਗ ਹੈ ਉਹ ਤਲਵਾਰਾਂ ਤੋਂ ਜ਼ਿਆਦਾ ਕਲਮਾਂ ਨਾਲ ਚੱਲਦੀ ਹੈ ਤੇ ਤਲਵਾਰ ਉੱਥੇ ਵੀ ਲਾਜ਼ਮੀ ਹੈ ਜਿੱਥੇ ਸਾਨੂੰ ਸਵੈ ਰੱਖਿਆ ਲਈ ਬਖਸ਼ੀ ਗਈ ਹੈ। ਇਹ ਤਲਵਾਰ ਵੀ ਗੁਰੂ ਕੇ ਸਿੰਘ ਨੂੰ ਉਹਦੇ ਗੁਰੂ ਨੇ ਦਿੱਤੀ ਹੈ ਸਵੈ ਰੱਖਿਆ ਦੇ ਲਈ। ਸੋ ਤਲਵਾਰ ਨੂੰ ਵੀ ਉਸ ਭਾਰੀ ਵੈਪਨ ਦੇ ਵਿੱਚ ਨਾ ਗਿਣੋ ਕਿ ਇਹਨਾਂ ਲੋਕਾਂ ਦੇ ਕੋਲ ਤਲਵਾਰ ਕਿੱਥੋਂ ਆ ਗਈ, ਇਹਨਾਂ ਦੇ ਲੋਕਾਂ ਦੇ ਕੋਲ ਇਹ ਚੀਜ਼ਾਂ ਕਿੱਥੋਂ ਆ ਗਈਆਂ। ਇਹ ਤਲਵਾਰ ਮੁਹੰਮਦ ਗਜ਼ਨਵੀ ਵਕਤ ਵੀ ਉੱਠੀ ਸੀ, ਇਹ ਤਲਵਾਰ ਅਬਦਾਲੀ ਵਕਤ ਵੀ ਉੱਠੀ ਸੀ, ਇਹੀ ਤਲਵਾਰ ਔਰੰਗਜ਼ੇਬ ਵਕਤ ਵੀ ਉੱਠੀ ਸੀ ਤੇ ਇਹੀ ਤਲਵਾਰ ਅੰਗਰੇਜ਼ ਹੁਕਮਰਾਨਾਂ ਦੇ ਖਿਲਾਫ ਵੀ ਉੱਠੀ ਸੀ, ਜਿਸ ਕਰਕੇ ਅੱਜ ਇਹ ਦੇਸ਼ ਇੰਨੀ ਤਰੱਕੀਆਂ ਕਰ ਰਿਹਾ ਆ। ਅੱਜ ਇਹ ਦੇਸ਼ ਖੜਾ ਆ। ਅੱਜ ਇਸ ਲਾਲ ਕਿਲੇ ਦੀ ਪ੍ਰਾਚੀਨ ਧਰੋਹਰ ਤੇ ਉਹ ਤਿਰੰਗਾ ਝੂਲ ਰਿਹਾ ਆ। ਉਹ ਉਸੇ ਤਲਵਾਰ ਦੇ ਕਰਕੇ ਹੀ ਹੈ, ਉਸੇ ਤਲਵਾਰ ਤੇ ਜ਼ੋਹਰ ਦੇ ਕਰਕੇ ਹੈ। ਇਸ ਕਰਕੇ ਗੁਰੂ ਕਾ ਸੰਘ ਜੇ ਮਜ਼ਲੂਮਾਂ ਦੇ ਲਈ, ਜੇ ਅਤਿਆਚਾਰੀਆਂ ਦੇ ਲਈ ਇਹ ਤਲਵਾਰ ਰੱਖ ਸਕਦਾ ਹੈ ਤੇ ਆਪਣੀ ਸਵੈ ਰੱਖਿਆ ਦੇ ਲਈ ਵੀ ਇਹ ਤਲਵਾਰ ਵਰਤ ਸਕਦਾ ਹੈ। ਗੁਰੂ ਮਹਾਰਾਜ ਦਾ ਉਪਦੇਸ਼ ਹੈ, ਚੂੰਕਾਰ ਜਮਾਹੀਲ ਤੇ ਦਰਗੁਜਸਤ ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸਤ। ਸੋ ਆਓ ਸਾਰੇ ਰਲ ਮਿਲ ਕੇ ਇਸ ਸਬਰ ਦੀ ਲੜਾਈ ਨੂੰ ਜਿੱਤੀਏ। ਇਹਨਾਂ ਹੰਕਾਰੀ ਲੋਕਾਂ ਨੂੰ ਦਿਖਾ ਦਈਏ ਕਿ ਜੇ ਏਕਤਾ ਕਾਇਮ ਹੋਏ ਉੱਥੇ ਇਹਨਾਂ ਦਾ ਹੰਕਾਰ ਭਰਨ ਵਾਲੀ ਉਹ ਏਕਤਾ ਹੀ ਹੁੰਦੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕੇਵਲ ਇੰਨਾ ਹੀ। ਫਿਰ ਆਪ ਜੀ ਸਾਰਿਆਂ ਦੇ ਦਰਸ਼ਨ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।